ਉਹ ਇਨਸਾਨ ਜਿਹਨੇ ਜਲਿਆਂਵਾਲਾ ਕਾਂਡ ਆਪਣੀ ਅੱਖੀਂ ਵੇਖਿਆ ਸੀ। ਉਹ ਇਨਸਾਨ ਜੋ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਵਰਗੀ ਥਿਉਰੀਆਂ ਦਾ ਪੱਕਾ ਬਿਲੀਵਰ ਸੀ। ਉਹ ਇਨਸਾਨ ਜਿਹਨੇ 1928 ਵਿੱਚ ਸਕਾਟ ਨੂੰ ਮਾਰਨ ਦਾ ਪਲਾਨ ਬਣਾਇਆ ਤੇ 1929 ਵਿੱਚ ਅਸੈਂਬਲੀ ਵਿੱਚ ਬੰਬ ਫੋੜਿਆ। ਇੰਡੀਆ ਦਾ ਇੱਕ ਯੰਗ ਇੰਟੈਲੈਕਟ ਜੋ 23 ਸਾਲ ਦੀ ਉਮਰ ਵਿੱਚ ਦੇਸ਼ ਤੋਂ ਕੁਰਬਾਨ ਹੋ ਕੇ ਸ਼ਹੀਦੀ ਪ੍ਰਾਪਤ ਕਰ ਗਿਆ। ਜੀ ਹਾਂ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਉੱਤੇ। ਉਹਨਾਂ ਨੇ ਕਿਹੜੇ ਹਾਲਾਤਾਂ ਵਿੱਚ ਆਪਣਾ ਬਚਪਨ ਗੁਜ਼ਾਰਿਆ, ਕਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਆਪਣੇ ਦੇਸ਼ ਬਾਰੇ ਸੋਚਣ ਵਾਸਤੇ ਇੰਨਾ ਮਜਬੂਰ ਕੀਤਾ ਤੇ ਉਹਨਾਂ ਨੇ ਆਪਣੇ ਇਨਕਲਾਬ ਨੂੰ ਇੱਕ ਨਵੀਂ ਉਡਾਨ ਕਿਵੇਂ ਦਿੱਤੀ। ਆਓ ਅੱਜ ਅਸੀਂ ਗੱਲ ਕਰੀਏ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਉੱਤੇ ਤੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਕਿਉਂਕਿ ਇਸ ਵੀਡੀਓ ਵਿੱਚ ਤੁਹਾਨੂੰ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੇ ਇਨਸੀਡੈਂਟਸ ਸੁਣਨ ਨੂੰ ਮਿਲੂਗੇ ਜਿਹੜੇ ਕਿ ਤੁਸੀਂ ਹੋਰ ਕਿਤੇ ਨਹੀਂ ਸੁਣੇ ਹੋਣਗੇ। ਸੋ ਸ਼ੁਰੂ ਕਰਦੇ ਹਾਂ। ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਵਿੱਚ ਪਿੰਡ ਬੰਗਾ, ਜ਼ਿਲ੍ਹਾ ਲੈਲਪੁਰ, ਜਿਹੜਾ ਕਿ ਅੱਜ ਪੰਜਾਬ ਪਾਕਿਸਤਾਨ ਵਿੱਚ ਹੈਗਾ, ਉੱਥੇ ਉਹਨਾਂ ਦਾ ਜਨਮ ਹੋਇਆ ਸੀ ਸਰਦਾਰ ਕ੍ਰਿਸ਼ਨ ਸਿੰਘ ਜੀ ਦੇ ਘਰੇ। ਤੇ ਉਹਨਾਂ ਦੇ ਜਨਮ ਦੀ ਖਾਸ ਗੱਲ ਇਹ ਸੀ ਕਿ ਜਿਸ ਦਿਨ ਉਹ ਇਸ ਦੁਨੀਆ ਵਿੱਚ ਆਏ ਸੀ, ਸਰਦਾਰ ਕ੍ਰਿਸ਼ਨ ਸਿੰਘ ਜਿਹੜੇ ਕਿ ਉਹਨਾਂ ਦੇ ਪਿਤਾ ਸੀ ਤੇ ਉਹਨਾਂ ਦੇ ਦੋ ਛੋਟੇ ਭਰਾ ਅਜੀਤ ਸਿੰਘ ਤੇ ਸਵਰਨ ਸਿੰਘ, ਉਹ ਜੇਲ੍ਹ ਤੋਂ ਰਿਹਾ ਹੋ ਕੇ ਆਏ ਸੀ ਤਿੰਨੋਂ, ਕਿਉਂਕਿ ਉਹ ਤਿੰਨੋਂ ਗਦਰ ਪਾਰਟੀ ਦੇ ਮੈਂਬਰ ਸੀ। ਤੇ ਗਦਰ ਪਾਰਟੀ ਉਹ ਹੈ ਜਿਸ ਨੇ ਭਾਰਤ ਦੀ ਆਜ਼ਾਦੀ ਵਾਸਤੇ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਸੀ। ਜੇ ਤੁਸੀਂ ਗਦਰ ਪਾਰਟੀ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰੋ, ਅਸੀਂ ਉਸ ਤੇ ਇੱਕ ਵੱਖਰੀ ਵੀਡੀਓ ਬਣਾ ਦੇਵਾਂਗੇ। ਉਸ ਵਕਤ ਸਿੱਖ ਸਮਾਜ ਦੇ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਦਾ ਦਾਖਲਾ ਖਾਲਸਾ ਸਕੂਲ ਵਿੱਚ ਕਰਾਉਂਦੇ ਸੀ, ਪਰ ਭਗਤ ਸਿੰਘ ਜੀ ਦੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਸੀ ਕਿ ਖਾਲਸਾ ਸਕੂਲ ਨਾਮ ਤੋਂ ਤਾਂ ਖਾਲਸਾ ਹੈ, ਲੇਕਿਨ ਉਸ ਦੇ ਅੰਦਰ ਜਿਹੜੇ ਆਫੀਸ਼ੀਅਲਸ ਬੈਠੇ ਨੇ, ਜਿਹੜੇ ਉਸ ਸਕੂਲ ਨੂੰ ਚਲਾ ਰਹੇ ਨੇ, ਉਹ ਅੰਗਰੇਜ਼ਾਂ ਦੇ ਵਫਾਦਾਰ ਬੰਦੇ ਨੇ। ਸੋ ਉਹਨਾਂ ਨੇ ਭਗਤ ਸਿੰਘ ਦਾ ਦਾਖਲਾ ਖਾਲਸਾ ਸਕੂਲ ਦੇ ਬਜਾਏ ਦਇਆਨੰਦ ਐਂਗਲੋ ਵੈਦਿਕ ਸਕੂਲ ਵਿੱਚ, ਜਿਹੜਾ ਕਿ ਲਾਹੌਰ ਵਿੱਚ ਸੀਗਾ, ਉਸ ਸਕੂਲ ਵਿੱਚ ਉਹਨਾਂ ਦਾ ਦਾਖਲਾ ਦਿਵਾਉਣਾ ਪਸੰਦ ਕੀਤਾ, ਜਿਹਨੂੰ ਕਿ ਅੱਜ ਅਸੀਂ DAV ਸਕੂਲ ਵੀ ਕਹਿੰਦੇ ਹਾਂ। ਸਕੂਲ ਦੀ ਪੜ੍ਹਾਈ ਤੋਂ ਬਾਅਦ ਭਗਤ ਸਿੰਘ ਜੀ ਨੇ ਨੈਸ਼ਨਲ ਕਾਲਜ ਆਫ ਲਾਹੌਰ ਤੋਂ BA ਕੀਤੀ। ਭਗਤ ਸਿੰਘ ਜੀ ਦੇ ਵੱਡੇ ਵਡੇਰੇ ਗਦਰ ਪਾਰਟੀ ਦੇ ਮੈਂਬਰ ਰਹੇ ਸੀ, ਤਾਂ ਕਰਕੇ ਉਹਨਾਂ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ, ਭਾਈ ਪਰਮਾਨੰਦ, ਸਰਦਾਰ ਸੋਹਣ ਸਿੰਘ ਭਕਨਾ, ਜਿਹੜੇ ਕਿ ਗਦਰ ਪਾਰਟੀ ਦੇ ਜ਼ਿੰਮੇਵਾਰ ਆਗੂ ਰਹੇ ਸੀ, ਉਹਨਾਂ ਬਾਰੇ ਉਹਨਾਂ ਨੂੰ ਬਚਪਨ ਤੋਂ ਹੀ ਪਤਾ ਸੀ, ਜਿਹਦੇ ਕਰਕੇ ਇੱਕ ਜਿਹੜੀ ਸਿਆਸੀ ਡਿਵੈਲਪਮੈਂਟ ਹੋਣੀ ਹੁੰਦੀ ਹੈ ਇਨਸਾਨ ਦੀ, ਉਹਨਾਂ ਦੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ। ਉਸ ਦੌਰ ਦੀ ਜੇ ਗੱਲ ਕਰਨੀ ਹੋਵੇ ਤਾਂ ਅੰਗਰੇਜ਼ਾਂ ਤੋਂ ਬਾਅਦ ਮਹਾਤਮਾ ਗਾਂਧੀ ਭਾਰਤ ਦੇ ਸਭ ਤੋਂ ਜ਼ਿਆਦਾ ਤਾਕਤਵਰ ਸਿਆਸਤਦਾਨ ਸੀਗੇ ਤੇ ਜਿਨ੍ਹਾਂ ਨੂੰ ਭਗਤ ਸਿੰਘ ਵੀ ਬਹੁਤ ਸਪੋਰਟ ਕਰਦੇ ਹੁੰਦੇ ਸੀ ਬਚਪਨ ਵਿੱਚ। ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਕਿ ਮਹਾਤਮਾ ਗਾਂਧੀ ਜੀ ਨੇ ਚਲਾਈ ਸੀ, ਭਗਤ ਸਿੰਘ ਜੀ ਨੇ ਆਪਣੇ ਦਿਲੋਂ ਉਸ ਦਾ ਸਮਰਥਨ ਕੀਤਾ ਸੀ। ਜਦੋਂ ਮਹਾਤਮਾ ਗਾਂਧੀ ਜੀ ਨੇ ਕਿਸੇ ਵਜ੍ਹਾ ਕਾਰਨ ਨਾਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲਈ ਤਾਂ ਭਗਤ ਸਿੰਘ ਦੇ ਦਿਲ ਵਿੱਚ ਮਹਾਤਮਾ ਗਾਂਧੀ ਵਾਸਤੇ ਇੱਕ ਬਹੁਤ ਵੱਡੀ ਡਿਸਅਪਾਇੰਟਮੈਂਟ ਆ ਗਈ। ਉਹਨਾਂ ਦਾ ਮੰਨਣਾ ਸੀ ਕਿ ਹਿੰਸਾ ਕੋਈ ਚੰਗੀ ਗੱਲ ਨਹੀਂ, ਲੇਕਿਨ ਜੇ ਪ੍ਰੈਕਟੀਕਲੀ ਅਸੀਂ ਆਜ਼ਾਦੀ ਲੈਣੀ ਆ ਤਾਂ ਜਿੱਥੇ ਹਿੰਸਾ ਦੀ ਲੋੜ ਪੈਂਦੀ ਆ, ਸਾਨੂੰ ਹਿੰਸਾ ਵਰਤਣੀ ਚਾਹੀਦੀ ਹੈ। ਭਗਤ ਸਿੰਘ ਜੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ, ਜਿਸ ਦੇ ਕਰਕੇ ਵੱਧਦੀ ਉਮਰ ਨਾਲ ਉਹਨਾਂ ਦੀ ਰੁਚੀ ਐਨਾਰਕਿਜ਼ਮ, ਕਮਿਊਨਿਜ਼ਮ ਤੇ ਸੋਸ਼ਲਿਜ਼ਮ ਵਰਗੀ ਥਿਊਰੀਆਂ ਵਿੱਚ ਵੱਧ ਗਈ। ਭਗਤ ਸਿੰਘ ਜੀ ਕਾਰਲ ਮਾਰਕਸ ਦੀ ਥਿਊਰੀ ਤੋਂ, ਜਿਸ ਨੂੰ ਅਸੀਂ ਮਾਰਕਸਿਸਟ ਥਿਊਰੀ ਵੀ ਕਹਿੰਦੇ ਆ, ਉਹਨਾਂ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਤੇ ਉਹਨਾਂ ਦਾ ਮੰਨਣਾ ਸੀ ਕਿ ਭਾਰਤ ਦੀ ਮਾਰਕਸ ਦੀ ਥਿਊਰੀ ਦੇ ਹਿਸਾਬ ਨਾਲ ਇੱਕ ਸੋਸ਼ਲ ਰੀਕਨਸਟਰਕਸ਼ਨ ਹੋਣੀ ਚਾਹੀਦੀ ਹੈ, ਜਿਸ ਤੋਂ ਮਤਲਬ ਸੀ ਕਿ ਭਾਰਤ ਵਿੱਚ ਨਾ ਕੋਈ ਬਹੁਤਾ ਅਮੀਰ ਹੋਵੇ ਤੇ ਨਾ ਹੀ ਕੋਈ ਬਹੁਤਾ ਗਰੀਬ ਹੋਵੇ, ਕੋਈ ਵੱਡੀ ਜਾਤ ਦਾ ਨਾ ਹੋਵੇ, ਕੋਈ ਛੋਟੀ ਜਾਤ ਦਾ ਨਾ ਹੋਵੇ, ਕੋਈ ਧਰਮ ਦੇ ਨਾਮ ਤੇ ਭੇਦਭਾਵ ਨਾ ਹੋਵੇ, ਜੈਂਡਰ ਦੇ ਨਾਮ ਤੇ ਭੇਦਭਾਵ ਨਾ ਹੋਵੇ। ਇੱਕ ਸਮਾਜਵਾਦੀ ਵਤਨ ਬਣਾਉਣਾ ਉਹਨਾਂ ਦਾ ਸੁਪਨਾ ਸੀ, ਜਿੱਥੇ ਕਿ ਹਰ ਇਨਸਾਨ ਨੂੰ ਬਰਾਬਰੀ ਨਾਲ ਰਹਿਣ ਦਾ ਮੌਕਾ ਮਿਲੇ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਗਤ ਸਿੰਘ ਜੀ ਨੇ ਨੈਸ਼ਨਲ ਕਾਲਜ ਆਫ ਲਾਹੌਰ ਵਿੱਚ ਦਾਖਲਾ ਲਿਆ ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਇਨਸਾਨ ਕਾਲਜ ਵਿੱਚ ਨਵਾਂ ਐਂਟਰ ਕਰਦਾ ਹੈ ਤਾਂ ਉਸ ਨੂੰ ਆਪਣੇ ਟੈਲੈਂਟਸ ਨੂੰ ਨਿਖਾਰਨ ਵਾਸਤੇ ਬਹੁਤ ਓਪਰਚੁਨਿਟੀਜ਼ ਮਿਲਦੀਆਂ ਨੇ, ਬਹੁਤ ਮੌਕੇ ਮਿਲਦੇ ਨੇ। ਭਗਤ ਸਿੰਘ ਜੀ ਨੇ ਵੀ ਇਹਨਾਂ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ। ਸਪੀਚਸ, ਡਿਬੇਟਸ, ਐਸੇ ਰਾਈਟਿੰਗ, ਡਰਾਮੈਟਿਕਸ, ਇਹਨਾਂ ਸਾਰਿਆਂ ਵਿੱਚ ਭਗਤ ਸਿੰਘ ਜੀ ਨੇ ਅੱਗੇ ਵੱਧ ਚੜ ਕੇ ਹਿੱਸਾ ਲਿਆ। ਉਹਨਾਂ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਡਰਾਮੈਟਿਕਸ ਨੂੰ ਇੱਕ ਬਹੁਤ ਕਮਾਲ ਦੀ ਕਲਾ ਸਮਝੀ ਤੇ ਉਸ ਦਾ ਪੂਰਾ ਇਸਤੇਮਾਲ ਵੀ ਕੀਤਾ। ਉਹ ਜਾਗਰੂਕਤਾ ਫੈਲਾਉਣ ਵਾਸਤੇ ਛੋਟੀਆਂ ਸਕਿਟਸ ਕਰਦੇ ਸੀ, ਛੋਟੇ ਐਕਟਸ ਕਰਦੇ ਸੀ, ਤਾਂ ਕਿ ਆਵਾਮ ਵਿੱਚ ਸਰਕਾਰ ਦਾ ਅਸਲ ਚਿਹਰਾ ਦਿਖਾਇਆ ਜਾ ਸਕੇ ਤੇ ਜਾਗਰੂਕਤਾ ਫੈਲਾਈ ਜਾ ਸਕੇ। ਜਾਗਰੂਕਤਾ ਫੈਲਾਉਣਾ ਕੋਈ ਸੌਖਾ ਕੰਮ ਨਹੀਂ, ਲੇਕਿਨ ਜੇ ਅਸੀਂ ਕੁਝ ਤਰੀਕੇ ਅਪਣਾ ਲਈਏ ਤਾਂ ਜਾਗਰੂਕਤਾ ਫੈਲਾਈ ਜਾ ਸਕਦੀ ਹੈ। ਕਾਲਜ ਲਾਈਫ ਵਿੱਚ ਭਗਤ ਸਿੰਘ ਜੀ ਨੇ ਇੱਕ ਐਸੇ ਲਿਖਿਆ ਸੀ ਜਿਹਦੇ ਵਾਸਤੇ ਉਹਨਾਂ ਨੂੰ ਫਰਸਟ ਪ੍ਰਾਈਜ਼ ਦਾ ਖਿਤਾਬ ਮਿਲਿਆ ਸੀ
ਤੇ ਉਸ ਐਸੇ ਦਾ ਨਾਮ ਸੀ ਪ੍ਰੋਬਲਮਸ ਆਫ ਦਾ ਪੰਜਾਬ। ਉਸ ਐਸੇ ਵਿੱਚ ਭਗਤ ਸਿੰਘ ਜੀ ਨੇ ਬਾਰ-ਬਾਰ ਸਾਹਿਤ ਦੀ ਮਹੱਤਵਤਾ ਦੀ ਗੱਲ ਕੀਤੀ ਸੀ। ਉਹਨਾਂ ਨੇ ਗੱਲ ਕੀਤੀ ਸੀ ਕਿ ਸਾਹਿਤ ਦੀ ਸਾਡੀ ਸਮਾਜਿਕ ਤੇ ਰਾਜਨੀਤਿਕ ਜ਼ਿੰਦਗੀ ਵਿੱਚ ਕੀ ਮਹੱਤਵਤਾ ਹੈ। ਉਹਨਾਂ ਨੇ ਯੰਗ ਇਟਲੀ ਮੂਵਮੈਂਟ ਦਾ ਵੀ ਜ਼ਿਕਰ ਕੀਤਾ ਤੇ ਫ੍ਰੈਂਚ ਰੈਵੋਲੂਸ਼ਨ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਉਹਨਾਂ ਦੇਸ਼ਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਨਵੀਂ ਕ੍ਰਾਂਤੀ ਆਈ ਸੀ ਤੇ ਉਹਨਾਂ ਦੇ ਕ੍ਰਾਂਤੀਕਾਰਾਂ ਦੇ ਆਪਣੇ ਸਾਹਿਤ ਬਾਰੇ ਕੀ ਵਿਚਾਰ ਸੀ, ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਜੇ ਤੁਸੀਂ ਉਹਨਾਂ ਦਾ ਲਿਖਿਆ ਹੋਇਆ ਐਸੇ ਪੜ੍ਹਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਜਾਓ, ਉੱਧਰ ਤੁਹਾਨੂੰ ਉਹਨਾਂ ਦੇ ਐਸੇ ਦਾ ਇੱਕ ਲਿੰਕ ਮਿਲ ਜਾਏਗਾ। ਭਗਤ ਸਿੰਘ ਜੀ ਦਾ ਲਿਖਿਆ ਹੋਇਆ ਐਸੇ ਸ਼ਰੇਆਮ ਬਿਆਨ ਕਰਦਾ ਸੀ ਕਿ ਭਗਤ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਆਰੀਆ ਸਮਾਜੀ ਸੋਚ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ। ਜਿਵੇਂ ਅਸੀਂ ਜਾਣਦੇ ਹਾਂ ਕਿ ਭਗਤ ਸਿੰਘ ਜੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ, ਤਾਂ ਜੋਜ਼ੈਪੇ ਮਜ਼ੀਨੀ ਜਿਸ ਨੇ ਯੰਗ ਇਟਲੀ ਮੂਵਮੈਂਟ ਨੂੰ ਲੀਡ ਕੀਤਾ ਸੀ, ਤਾਂ ਉਸ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਜੀ ਨੇ 1926 ਵਿੱਚ ਇੱਕ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ, ਜਿਸ ਨੂੰ ਅੰਗਰੇਜ਼ੀ ਵਿੱਚ ਇੰਡੀਅਨ ਸੋਸ਼ਲਿਸਟ ਯੂਥ ਆਰਗੇਨਾਈਜੇਸ਼ਨ ਦਾ ਨਾਮ ਦਿੱਤਾ ਗਿਆ। ਨਾਲ ਹੀ ਭਗਤ ਸਿੰਘ ਜੀ ਨੇ ਇੱਕ ਪਾਰਟੀ ਵੀ ਜੁਆਇਨ ਕੀਤੀ ਸੀ ਜਿਸ ਦਾ ਨਾਮ ਸੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਇਸ ਪਾਰਟੀ ਵਿੱਚ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ ਵਰਗੇ ਲੀਡਰ ਸੀਗੇ। ਤੇ ਜੁਆਇਨ ਕਰਨ ਦਾ ਕਾਰਨ ਇਹ ਸੀ ਕਿ ਭਗਤ ਸਿੰਘ ਜੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਸੀਗੇ। ਇਸ ਪਾਰਟੀ ਦਾ ਮੰਨਣਾ ਸੀ ਕਿ ਅਸੀਂ ਹਿੰਸਾ ਦੇ ਸਮਰਥਕ ਨਹੀਂ ਹਾਂ, ਲੇਕਿਨ ਜਿੱਥੇ ਹਿੰਸਾ ਦੀ ਲੋੜ ਪਵੇ, ਜਿੱਥੇ ਹਿੰਸਾ ਕਰਨ ਦੀ ਲੋੜ ਪਵੇ, ਉੱਥੇ ਹਿੰਸਾ ਕਰਨੀ ਜਾਇਜ਼ ਹੈ, ਉੱਥੇ ਹਥਿਆਰ ਚੁੱਕਣੇ ਵੀ ਜਾਇਜ਼ ਹੈ। ਜਦਕਿ ਕਾਂਗਰਸ ਦਾ ਮੰਨਣਾ ਸੀ, ਜਿਹੜੀ ਉਸ ਵਕਤ ਇੱਕ ਬਹੁਤ ਹੀ ਤਾਕਤਵਰ ਰਾਜਨੀਤਿਕ ਧਿਰ ਸੀਗੀ, ਉਸ ਦਾ ਮੰਨਣਾ ਸੀ ਕਿ ਅਹਿੰਸਾ ਹੀ ਆਜ਼ਾਦੀ ਨੂੰ ਇੱਕ ਰਾਹ ਹੈ। ਜਦਕਿ ਇਸ ਪਾਰਟੀ ਦਾ ਮੰਨਣਾ ਸੀ ਕਿ ਜਿੱਥੇ ਹਿੰਸਾ ਕਰਨ ਦੀ ਲੋੜ ਪਵੇ, ਹਿੰਸਾ ਵਰਤਣੀ ਚਾਹੀਦੀ ਹੈ। ਭਗਤ ਸਿੰਘ ਜੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੇ ਸੀ ਤੇ ਉਹਨਾਂ ਦਾ ਮੰਨਣਾ ਸੀ ਕਿ ਇਹ ਪਾਰਟੀ ਵਿੱਚ ਜਾ ਕੇ ਉਹਨਾਂ ਨੂੰ ਆਪਣਾ ਪਲੇਟਫਾਰਮ ਮਿਲ ਜਾਵੇਗਾ। ਹੁਣ 1926 ਵਿੱਚ ਭਗਤ ਸਿੰਘ ਜੀ ਇੱਕ ਬਹੁਤ ਸੋਹਣੇ ਨੌਜਵਾਨ ਗੱਭਰੂ ਸੀ ਤੇ ਉਹਨਾਂ ਦੇ ਮਾਪੇ ਨੇ ਕਿਹਾ ਕਿ ਪੁੱਤਰਾ, ਹੁਣ ਤੈਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ। ਪਰ ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਭਗਤ ਸਿੰਘ ਜੀ ਇਹ ਫੈਸਲਾ ਕਰ ਚੁੱਕੇ ਸੀ ਕਿ ਮੈਂ ਜ਼ਿੰਦਗੀ ਵਿੱਚ ਕੀ ਕਰਨਾ ਹੈ। ਉਹ ਫੈਸਲਾ ਕਰ ਚੁੱਕੇ ਸੀ ਕਿ ਜ਼ਿੰਦਗੀ ਹੁਣ ਦੇਸ਼ ਤੋਂ ਕੁਰਬਾਨ ਕਰ ਦੇਣੀ ਹੈ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਮਾਪੇ ਉਹਨਾਂ ਦਾ ਵਿਆਹ ਕਰਨ ਜਾ ਰਹੇ ਨੇ, ਤਾਂ ਉਹਨਾਂ ਨੇ ਇੱਕ ਚਿੱਠੀ ਲਿਖੀ ਤੇ ਘਰ ਵਿੱਚ ਉਹ ਚਿੱਠੀ ਨੂੰ ਰੱਖ ਕੇ ਘਰ ਛੱਡ ਕੇ ਕਾਨਪੁਰ ਨੂੰ ਚਲੇ ਗਏ। ਉਸ ਚਿੱਠੀ ਵਿੱਚ ਕਈ ਗੱਲਾਂ ਲਿਖੀਆਂ ਸੀ ਤੇ ਮੁੱਖ ਤੌਰ ਤੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਆਜ਼ਾਦੀ ਹੀ ਮੇਰੀ ਦੁਲਹਨ ਹੈ। ਭਗਤ ਸਿੰਘ ਜੀ ਦੀ ਇੱਕ ਅੰਗਰੇਜ਼ੀ ਦੀ ਲਿਖਤ ਵਿੱਚ ਸਾਨੂੰ ਇਹ ਪੜ੍ਹਨ ਨੂੰ ਮਿਲਦਾ ਹੈ ਕਿ My life has been dedicated to the noblest cause, that of the freedom of the country. Therefore there is no rest or worldly desire that can lure me now. ਘਰ ਛੱਡ ਕੇ ਕਾਨਪੁਰ ਜਾਣ ਤੋਂ ਬਾਅਦ ਭਗਤ ਸਿੰਘ ਜੀ ਨੇ ਜ਼ੋਰਾਂ ਸ਼ੋਰਾਂ ਨਾਲ ਆਪਣੀ ਪਾਰਟੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪਰਚੇ ਵੰਡਣੇ ਸ਼ੁਰੂ ਕਰ ਦਿੱਤੇ, ਅਖਬਾਰਾਂ ਵਿੱਚ ਆਰਟੀਕਲਸ ਲਿਖਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਕਿ ਉਹਨਾਂ ਦੀ ਪਾਰਟੀ ਦਾ ਪ੍ਰਚਾਰ ਕਾਫੀ ਵੱਧ ਗਿਆ ਸੀ ਤੇ ਪੁਲਿਸ ਦੀਆਂ ਨਜ਼ਰਾਂ ਤੋਂ ਇਹ ਸਭ ਦੂਰ ਨਹੀਂ ਸੀ। ਜਦ ਪੁਲਿਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇੱਕ ਨੌਜਵਾਨ ਕਿਸੇ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ ਤੇ ਸ਼ਹਿਰ ਦੇ ਬਾਕੀ ਨੌਜਵਾਨ ਉਸ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਨੇ, ਉਸ ਦੇ ਭਾਸ਼ਣਾਂ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਨੇ, ਤਾਂ ਪੁਲਿਸ ਨੇ ਇੱਕ ਸਾਜ਼ਿਸ਼ ਰਚੀ। ਕਿਉਂਕਿ ਪੁਲਿਸ ਨੂੰ ਆਰਡਰ ਸੀ ਕਿ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਦੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ। ਜੇ ਹੁੰਦੀ ਵੀ ਆ ਤਾਂ ਉਸ ਨੂੰ ਰੋਕਿਆ ਜਾਵੇ ਤੇ ਜਿਹੜੇ ਕਲਪ੍ਰਿਟਸ ਨੇ, ਜਿਹੜੇ ਗਤੀਵਿਧੀਆਂ ਕਰਦੇ ਹੋਏ ਫੜੇ ਜਾਂਦੇ ਨੇ, ਉਹਨਾਂ ਨੂੰ ਕਾਨੂੰਨਨ ਤੌਰ ਤੇ ਸਜ਼ਾ ਦਿੱਤੀ ਜਾਵੇ ਤੇ ਦੋਸ਼ੀ ਕਰਾਰ ਦਿੱਤਾ ਜਾਵੇ। ਸੋ ਪੁਲਿਸ ਨੇ ਇੱਕ ਸਾਜ਼ਿਸ਼ ਰਚੀ ਜਿਹਦੇ ਵਾਸਤੇ ਉਹਨਾਂ ਨੂੰ ਭਗਤ ਸਿੰਘ ਦੇ ਉੱਤੇ ਇੱਕ ਝੂਠਾ ਕੇਸ ਪਾਉਣਾ ਪਿਆ। ਉਹਨਾਂ ਕੋਲ ਇੱਕ ਕੇਸ ਪਿਆ ਸੀ ਜਿਸ ਦੇ ਵਿੱਚ 1926 ਦੇ ਵਿੱਚ ਲਾਹੌਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀ ਤੇ ਦੇਖੋ ਤੁਸੀਂ ਕਿ 1927 ਦੇ ਵਿੱਚ ਭਗਤ ਸਿੰਘ ਤੇ ਉਸ ਬੰਬ ਨੂੰ ਬਲਾਸਟ ਕਰਨ ਦਾ ਇਲਜ਼ਾਮ ਲਾ ਕੇ ਅਰੈਸਟ ਕਰ ਦਿੱਤਾ ਜਾਂਦਾ ਹੈ। ਅਰੈਸਟ ਹੋਣ ਤੋਂ ਬਾਅਦ ਭਗਤ ਸਿੰਘ ਜੀ ਨੂੰ 5 ਹਫ਼ਤਿਆਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਤੇ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਜੀ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ ਕਿ ਪੁਲਿਸ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਉਸ ਵਕਤ ਦੀ ਸਰਕਾਰ ਨੂੰ ਭਗਤ ਸਿੰਘ ਜੀ ਦੇ ਵਿਚਾਰਾਂ ਬਾਰੇ ਕੁਝ ਹੱਦ ਤੱਕ ਪਤਾ ਚੱਲ ਗਿਆ ਸੀ ਤੇ ਇਸ ਗੱਲ ਦਾ ਅਹਿਸਾਸ ਵੀ ਬ੍ਰਿਟਿਸ਼ ਸਰਕਾਰ ਨੂੰ ਹੋ ਗਿਆ ਸੀ ਕਿ ਇਹ ਇੱਕ ਖਤਰਨਾਕ ਆਦਮੀ ਹੈ, ਇਸ ਦੀ ਵਿਚਾਰਧਾਰਾ ਖਤਰਨਾਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਵਾਸਤੇ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਤਾਂ ਉਹਨਾਂ ਨੇ ਭਗਤ ਸਿੰਘ ਦੇ ਉੱਤੇ ਪੂਰੇ 60,000 ਦਾ ਜੁਰਮਾਨਾ ਰੱਖ ਦਿੱਤਾ। 60,000 ਅੱਜ ਦੇ ਵੇਲੇ ਭਾਵੇਂ ਕੋਈ ਬਹੁਤੀ ਵੱਡੀ ਰਕਮ ਨਹੀਂ, ਪਰ ਉਸ ਵਕਤ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਉਸ ਵਕਤ ਦੇ 60,000 ਅੱਜ ਦੇ 4.5 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਰਕਮ ਹੈ। ਸੋ ਪੂਰੇ 5 ਹਫ਼ਤਿਆਂ ਦੇ ਬਾਅਦ
ਭਗਤ ਸਿੰਘ ਜੀ ਦੇ ਪਿਤਾ ਸਰਦਾਰ ਕ੍ਰਿਸ਼ਨ ਸਿੰਘ ਨੇ ਨਾ ਜਾਣੇ ਕਿੰਨੇ ਹੀ ਖੇਤ ਵੇਚ ਕੇ ਉਹ ਜੁਰਮਾਨਾ ਪੂਰਾ ਕੀਤਾ ਤੇ ਭਗਤ ਸਿੰਘ ਜੀ ਨੂੰ ਛਡਾ ਕੇ ਘਰ ਵਾਪਸ ਲੈ ਕੇ ਆਏ। ਤੇ ਘਰ ਵਾਪਸ ਆਉਣ ਤੋਂ ਬਾਅਦ ਭਗਤ ਸਿੰਘ ਜੀ ਦੇ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣ ਤੂੰ ਇਹਨਾਂ ਕੰਮਾਂ ਨੂੰ ਛੱਡ ਤੇ ਤੈਨੂੰ ਇੱਕ ਡੇਅਰੀ ਖੋਲ ਕੇ ਦੇ ਰਹੇ ਆ, ਉੱਥੇ ਆਰਾਮ ਨਾਲ ਬਹਿ ਕੇ ਕੰਮ ਕਰ। ਪਰ ਭਗਤ ਸਿੰਘ ਜੀ ਆਪਣੇ ਏਮ ਵਾਸਤੇ ਬਹੁਤ ਜ਼ਿਆਦਾ ਕਮਿਟਡ ਸੀ। ਉਹ ਹਰਗਿਜ਼ ਇਹ ਨਹੀਂ ਚਾਹੁੰਦੇ ਸੀ ਕਿ ਜਿਸ ਰਾਹ ਤੇ ਉਹ ਤੁਰੇ ਨੇ ਉਸ ਰਾਹ ਤੋਂ ਇੱਧਰ ਜਾਂ ਫਿਰ ਉੱਧਰ ਹੋਣ ਜਾਂ ਫਿਰ ਇੱਕ ਆਮ ਇਨਸਾਨ ਦੀ ਜ਼ਿੰਦਗੀ ਜੀਣ। ਦੇਸ਼ ਦੀ ਆਜ਼ਾਦੀ, ਦੇਸ਼ ਵਾਸਤੇ ਮਰ ਮਿਟਣਾ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਸੀ, ਉਹਨਾਂ ਦਾ ਪਹਿਲਾ ਫਰਜ਼ ਸੀ ਤੇ ਉਹਨਾਂ ਦਾ ਸੁਪਨਾ ਵੀ ਇਹੀ ਸੀ ਜਿਸ ਦੇ ਵਾਸਤੇ ਉਹਨਾਂ ਨੇ ਇਸ ਦੇਸ਼ ਲਈ ਕੁਰਬਾਨੀ ਦੇ ਦਿੱਤੀ। ਡੇਅਰੀ ਵਿੱਚ ਕੰਮ ਕਰਦਿਆਂ ਭਗਤ ਸਿੰਘ ਜੀ ਨੇ ਪੰਜਾਬੀ ਉਰਦੂ ਅਖਬਾਰ ਵਿੱਚ ਆਰਟੀਕਲਸ ਲਿਖੇ। ਜਿਹੜੀ ਪਾਰਟੀ ਵਾਸਤੇ ਉਹ ਪ੍ਰਚਾਰ ਕਰਦੇ ਸੀ HRA, ਉਸ ਪਾਰਟੀ ਵਾਸਤੇ ਭਗਤ ਸਿੰਘ ਜੀ ਨੇ ਪਰਚੇ ਛਾਪਣੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਭਗਤ ਸਿੰਘ ਜੀ ਨੇ ਕਿਰਤੀ ਕਿਸਾਨ ਪਾਰਟੀ ਵਾਸਤੇ ਜਰਨਲਸ ਲਿਖਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਭਗਤ ਸਿੰਘ ਜੀ ਨੇ ਪਾਰਟੀ ਵਾਸਤੇ ਦੁਬਾਰਾ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। 1928 ਵਿੱਚ ਭਗਤ ਸਿੰਘ ਜੀ ਦੀ ਪਾਰਟੀ ਵਿੱਚ ਇੱਕ ਖਾਸ ਜਗ੍ਹਾ ਬਣ ਗਈ ਸੀ ਤੇ ਪਾਰਟੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਭਗਤ ਸਿੰਘ ਜੀ ਨੂੰ ਕਈ ਫੈਸਲੇ ਲੈਣ ਦੀ ਖੁੱਲ੍ਹ ਵੀ ਦੇ ਦਿੱਤੀ ਸੀ ਤੇ ਭਗਤ ਸਿੰਘ ਜੀ ਨੇ ਕਈ ਫੈਸਲੇ ਲਿੱਤੇ ਸੀ, ਜਿਨ੍ਹਾਂ ਵਿੱਚੋਂ ਇੱਕ ਫੈਸਲਾ ਤੁਸੀਂ ਵੀ ਜ਼ਰੂਰ ਸੁਣਿਆ ਹੋਣਾ ਕਿ ਭਗਤ ਸਿੰਘ ਜੀ ਨੇ ਆਪਣੀ ਪਾਰਟੀ ਦਾ ਨਾਮ ਬਦਲ ਕੇ HRA ਤੋਂ HSRA ਰੱਖਿਆ ਸੀ। ਪਾਰਟੀ ਦਾ ਨਾਮ ਪਹਿਲਾਂ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਸੀ, ਪਰ ਉਸ ਦੇ ਬਾਅਦ ਉਹਨਾਂ ਨੇ ਨਾਮ ਨੂੰ ਥੋੜਾ ਜਿਹਾ ਮੋਡੀਫਾਈ ਕਰਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਦਿੱਤਾ। ਹੁਣ ਸੋਸ਼ਲਿਸਟ ਸ਼ਬਦ ਨੂੰ ਪਾਰਟੀ ਦੇ ਨਾਮ ਵਿੱਚ ਐਡ ਕਰਨ ਦੀ ਕੀ ਲੋੜ ਸੀ, ਇਹ ਜਾਣਨ ਵਾਸਤੇ ਤੁਹਾਨੂੰ ਸੋਸ਼ਲਿਜ਼ਮ ਨੂੰ ਥੋੜਾ ਬਹੁਤਾ ਸਮਝਣਾ ਪੈਣਾ। ਤੇ ਜੇ ਤੁਸੀਂ ਸੋਸ਼ਲਿਜ਼ਮ ਨੂੰ ਸਮਝਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ, ਅਸੀਂ ਇਸ ਤੇ ਇੱਕ ਵੱਖਰੀ ਵੀਡੀਓ ਪੂਰੀ ਡਿਟੇਲ ਵਿੱਚ ਬਣਾ ਦੇਵਾਂਗੇ। 1928 ਦੇ ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਸਾਈਮਨ ਕਮਿਸ਼ਨ ਬਿਠਾਇਆ ਸੀ, ਜਿਸ ਦੀ ਜ਼ਿੰਮੇਵਾਰੀ ਸੀ ਕਿ ਇੰਡੀਆ ਵਿੱਚ ਆ ਕੇ ਇੱਧਰ ਦੀ ਪੋਲੀਟੀਕਲ ਸਿਚੁਏਸ਼ਨ ਦੀ ਇੱਕ ਰਿਪੋਰਟ ਤਿਆਰ ਕੀਤੀ ਜਾਵੇ, ਯਾਨੀ ਕਿ ਸਿਆਸੀ ਸਥਿਤੀ ਦੀ ਇੱਕ ਪ੍ਰੋਪਰ ਇੱਕ ਪੂਰੀ ਤਰੀਕੇ ਨਾਲ ਰਿਪੋਰਟ ਤਿਆਰ ਕੀਤੀ ਜਾਵੇ। ਹੁਣ ਭਾਰਤ ਦੀਆਂ ਜਿੰਨੀਆਂ ਵੀ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਸੀ, ਉਹਨਾਂ ਸਾਰਿਆਂ ਨੇ ਇਸ ਕਮਿਸ਼ਨ ਦਾ ਬਾਈਕਾਟ ਕੀਤਾ, ਕਿਉਂਕਿ ਇਸ ਕਮਿਸ਼ਨ ਦੇ ਵਿੱਚ ਕੋਈ ਵੀ ਭਾਰਤੀ ਨਹੀਂ ਸੀ, ਸਾਰੇ ਬ੍ਰਿਟਿਸ਼ ਦੇ ਆਪਣੇ ਹੀ ਬੰਦੇ ਸੀ, ਜਿਸ ਦੇ ਕਰਕੇ ਇਸ ਦਾ ਬਹੁਤ ਬਾਈਕਾਟ ਹੋਇਆ। ਸਾਰੇ ਦੇਸ਼ ਵਿੱਚ ਇਸ ਦਾ ਵਿਰੋਧ ਹੋਇਆ। ਹੁਣ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ HSRA ਇੱਕ ਅਜਿਹੀ ਪਾਰਟੀ ਸੀ ਜਿਹੜੀ ਕਿ ਹਥਿਆਰ ਚੁੱਕਣ ਨੂੰ ਜਾਇਜ਼ ਸਮਝਦੀ ਸੀ ਜਦ ਲੋੜ ਪੈ ਜਾਵੇ, ਜਿਸ ਕਰਕੇ ਇਸ ਪਾਰਟੀ ਦੀ ਪਛਾਣ ਗਰਮ ਦਲ ਦੇ ਨਾਮ ਤੋਂ ਹੋ ਗਈ। ਹੁਣ ਜਿਵੇਂ ਅਸੀਂ ਜਾਣਦੇ ਕਿ ਪੂਰੇ ਭਾਰਤ ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਹੋ ਰਿਹਾ ਹੈ, ਲੇਕਿਨ ਸਾਈਮਨ ਕਮਿਸ਼ਨ ਆਪਣੀ ਰਿਪੋਰਟ ਬਣਾਉਣੀ ਸ਼ੁਰੂ ਕਰ ਚੁੱਕਿਆ ਸੀ। ਹੁਣ ਜਦ 1928 ਵਿੱਚ ਸਾਈਮਨ ਕਮਿਸ਼ਨ ਲਾਹੌਰ ਵਿੱਚ ਆਉਂਦਾ ਤਾਂ ਲਾਲਾ ਲਾਜਪਤ ਰਾਏ ਇੱਕ ਬਹੁਤ ਵੱਡਾ ਧਰਨਾ ਲਾਉਂਦੇ ਨੇ ਲਾਹੌਰ ਪੁਲਿਸ ਸਟੇਸ਼ਨ ਦੇ ਸਾਹਮਣੇ, ਤੇ ਉਸ ਧਰਨੇ ਵਿੱਚ ਹਰ ਤਰ੍ਹਾਂ ਦਾ ਇਨਸਾਨ ਮੌਜੂਦ ਹੁੰਦਾ ਹੈ, ਕਿਉਂਕਿ ਉਹ ਪੂਰੇ ਭਾਰਤ ਦਾ ਬ੍ਰਿਟਿਸ਼ ਸਰਕਾਰ ਦੇ ਖਿਲਾਫ ਧਰਨਾ ਸੀ। ਲਾਹੌਰ ਪੁਲਿਸ ਸਟੇਸ਼ਨ ਦੇ ਸਾਹਮਣੇ ਲੋਕ ਇਕੱਠੇ ਹੁੰਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਰੇ ਗੂੰਜ ਰਹੇ ਹੁੰਦੇ ਆ ਦੈਟ ਸਾਈਮਨ ਗੋ ਬੈਕ, ਸਾਈਮਨ ਵਾਪਸ ਜਾਓ। ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀੜ ਵੱਧਦੀ ਗਈ, ਨਾਰੇ ਗੂੰਜਦੇ ਰਹੇ ਤੇ ਜਦੋਂ ਪੁਲਿਸ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ, ਪਹਿਲਾਂ ਉਹਨਾਂ ਨੇ ਆਰਾਮ ਨਾਲ ਕਿਹਾ ਕਿ ਤੁਸੀਂ ਸਾਰੇ ਇੱਥੋਂ ਚਲੇ ਜਾਓ, ਪਰ ਜਦ ਉਹਨਾਂ ਦੀ ਗੱਲ ਅੰਦੋਲਨਕਾਰੀਆਂ ਨੇ ਨਹੀਂ ਮੰਨੀ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਦੇ ਦੌਰਾਨ ਲਾਲਾ ਲਾਜਪਤ ਰਾਏ ਜੀ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਹੋਰ ਕਈ ਲੋਕ ਜਿਹੜੇ ਅੰਦੋਲਨ ਵਿੱਚ ਸ਼ਾਮਿਲ ਹੋਏ ਸੀ ਉਹ ਵੀ ਜ਼ਖਮੀ ਹੋਏ ਤੇ ਕਈ ਦੀ ਮੌਤਾਂ ਵੀ ਹੋ ਗਈਆਂ। ਉਸ ਧਰਨੇ ਦੇ ਵਿੱਚ ਭਗਤ ਸਿੰਘ ਤੇ ਉਹਨਾਂ ਦੀ ਪਾਰਟੀ ਦੇ ਸਾਥੀ ਜਿਹੜੇ ਸੀਗੇ ਉਹ ਵੀ ਉੱਥੇ ਮੌਜੂਦ ਸੀ। ਅਕਤੂਬਰ 1928 ਵਿੱਚ ਲਾਲਾ ਜੀ ਨੇ ਇਹ ਧਰਨਾ ਦਿੱਤਾ ਸੀ ਤੇ ਨਵੰਬਰ 1928 ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਡਾਕਟਰਾਂ ਨੇ ਕਿਹਾ ਕਿ ਮੌਤ ਦਾ ਕਾਰਨ ਵੈਸੇ ਤਾਂ ਹਾਰਟ ਅਟੈਕ ਨਾਲ ਹੋਈ ਆ, ਲੇਕਿਨ ਧਰਨੇ ਵਿੱਚ ਲੱਗੀਆਂ ਸੱਟਾਂ ਇੱਕ ਬਹੁਤ ਵੱਡਾ ਕਿਰਦਾਰ ਨਿਭਾ ਗਈ ਉਹਨਾਂ ਦੀ ਮੌਤ ਵਿੱਚ। ਜੇ ਉਹ ਸੱਟਾਂ ਨਾ ਲੱਗੀਆਂ ਹੁੰਦੀਆਂ ਤਾਂ ਅੱਜ ਲਾਲਾ ਲਾਜਪਤ ਰਾਏ ਜੀ ਬਚ ਸਕਦੇ ਸੀ। ਹੁਣ ਲਾਲਾ ਜੀ ਦੀ ਮੌਤ ਤੋਂ ਬਾਅਦ ਭਾਰਤ ਦੀ ਕਿਸੇ ਵੀ ਸਮਾਜਿਕ ਜਾਂ ਫਿਰ ਰਾਜਨੀਤਿਕ ਜਥੇਬੰਦੀ ਨੇ ਕਿਸੇ ਠੋਸ ਤਰੀਕੇ ਨਾਲ, ਕਿਸੇ ਦ੍ਰਿੜ ਤਰੀਕੇ ਨਾਲ ਸਟੈਂਡ ਨਹੀਂ ਲਿਆ ਜਾਂ ਫਿਰ ਕੰਡੈਮ ਹੀ ਕੀਤਾ ਹੋਵੇ ਕਿ ਸਰਕਾਰ ਨੇ ਧੱਕਾ ਕੀਤਾ, ਇਹ ਗਲਤ ਕੀਤਾ ਹੈ। ਕੋਈ ਧਰਨਾ ਨਹੀਂ ਹੋਇਆ ਉਹਨਾਂ ਦੀ ਮੌਤ ਦੇ ਖਿਲਾਫ ਤੇ ਕੋਈ ਮੁਜ਼ਾਹਰਾ ਨਹੀਂ ਹੋਇਆ, ਕਿਉਂਕਿ ਇਹ ਸ਼ਰੇਆਮ ਪਤਾ ਸੀ ਕਿ ਸਰਕਾਰ ਨੇ ਧੱਕਾ ਕੀਤਾ ਹੈ ਤੇ ਪ੍ਰੋਟੈਸਟ ਕਰਨਾ ਤਾਂ ਸਭ ਦਾ ਹੱਕ ਹੈ, ਤਾਂ ਪ੍ਰੋਟੈਸਟ ਕਰਨ ਵਾਲਿਆਂ ਤੇ ਲਾਠੀ ਚਾਰਜ ਕਰ ਦੇਣਾ ਤੇ ਉਸ ਦੀ ਮੌਤ ਤੱਕ ਅੰਜਾਮ ਪਹੁੰਚ ਜਾਣਾ, ਇਹ ਤਾਂ ਹੱਦ ਹੀ ਸੀ। ਤੇ ਲਾਲਾ ਜੀ ਨੂੰ ਲਾਠੀਆਂ ਮਾਰਨ ਵਾਲੇ ਵੀ 22-24 ਸਾਲ ਦੇ ਨੌਜਵਾਨ ਸੀਗੇ, ਜਿਸ ਕਾਰਨ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਿੱਚ
ਬਹੁਤ ਗੁੱਸਾ ਪੈਦਾ ਹੋਣ ਲੱਗ ਗਿਆ। ਕਾਫੀ ਸਲਾਹ ਮਸ਼ਵਰੇ ਤੋਂ ਬਾਅਦ HSRA ਨੇ ਫੈਸਲਾ ਕੀਤਾ ਕਿ ਹੁਣ ਲਾਲਾ ਜੀ ਦੀ ਮੌਤ ਦਾ ਬਦਲਾ ਲੈਣਾ ਚਾਹੀਦਾ ਹੈ ਤੇ ਉਹਨਾਂ ਦਾ ਮੰਨਣਾ ਸੀ ਕਿ ਲਾਲਾ ਜੀ ਦੀ ਮੌਤ ਦਾ ਬਦਲਾ ਭਾਰਤ ਦੇ ਲੋਕਾਂ ਦਾ ਬ੍ਰਿਟਿਸ਼ ਸਰਕਾਰ ਨੂੰ ਇੱਕ ਜਵਾਬ ਹੋਊਗਾ ਕਿ ਹੁਣ ਅਸੀਂ ਤੁਹਾਡੀ ਗੁਲਾਮੀ ਨਹੀਂ ਕਰਨੀ, ਤੁਹਾਡਾ ਰੋਹਬ ਅਸੀਂ ਨਹੀਂ ਸਹਿਣਾ। ਹੁਣ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਫੈਸਲਾ ਕੀਤਾ ਕਿ ਲਾਲਾ ਜੀ ਦੀ ਮੌਤ ਦਾ ਬਦਲਾ ਅਸੀਂ ਸਕਾਟ ਦੀ ਹੱਤਿਆ ਕਰਕੇ ਲਵਾਂਗੇ ਤੇ ਸਕਾਟ ਦੀ ਹੱਤਿਆ ਕਰਨ ਦਾ ਪਲਾਨ ਬਣਾਉਣ ਦੀ ਜ਼ਿੰਮੇਵਾਰੀ ਸੁਖਦੇਵ ਥਾਪਰ ਨੂੰ ਦਿੱਤੀ ਗਈ, ਜਿਹੜੇ ਭਗਤ ਸਿੰਘ ਦੇ ਬਹੁਤ ਪੁਰਾਣੇ ਦੋਸਤ ਸੀਗੇ। ਸਕਾਟ ਨੂੰ ਮਾਰਨ ਦਾ ਪਲਾਨ ਬਣਾਉਣਾ ਤੇ ਉਸ ਦੀ ਐਗਜ਼ੀਕਿਊਸ਼ਨ ਤੋਂ ਬਾਅਦ ਜਿਹੜੇ ਰਿਜ਼ਲਟ ਨਿਕਲੇ ਉਹ ਇਹ ਸੀ ਕਿ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਤੇ ਉਹ ਗਲਤੀ ਇਹ ਸੀ ਕਿ ਸ਼ਿਵਰਾਮ ਰਾਜਗੁਰੂ ਨੇ ਗਲਤੀ ਨਾਲ ਸੌਂਡਰਸ ਦੇ ਗੋਲੀ ਮਾਰ ਦਿੱਤੀ ਸੀ, ਜੋ ਕਿ ਇੱਕ ਪੁਲਿਸ ਸੁਪਰਿੰਟੈਂਡੈਂਟ ਸੀ ਤੇ ਸ਼ਿਵਰਾਮ ਰਾਜਗੁਰੂ ਦੇ ਗੋਲੀ ਮਾਰਨ ਤੋਂ ਬਾਅਦ ਭਗਤ ਸਿੰਘ ਨੇ ਸੌਂਡਰਸ ਦੇ 7 ਤੋਂ 8 ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਟੀਮ ਦੇ ਜਿੰਨੇ ਮੈਂਬਰ ਸੀਗੇ ਸਭ ਆਪਣੀ ਜਾਨ ਬਚਾ ਕੇ ਤੇ ਪਹਿਚਾਨ ਬਚਾ ਕੇ ਫਟਾਫਟ ਉੱਥੋਂ ਨਿਕਲ ਗਏ। ਪਰ ਬਚ ਕੇ ਨਿਕਲਣ ਦੇ ਬਾਵਜੂਦ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਗਈ ਸੀ ਕਿ ਸ਼ਿਵਰਾਮ ਰਾਜਗੁਰੂ, ਭਗਤ ਸਿੰਘ ਤੇ ਚੰਦਰਸ਼ੇਖਰ ਆਜ਼ਾਦ ਦੇ ਫੇਸ ਪੁਲਿਸ ਨੇ ਆਇਡੈਂਟੀਫਾਈ ਕਰ ਲਏ ਸੀ ਤੇ ਉਸ ਤੋਂ ਬਾਅਦ ਪੂਰੇ ਲਾਹੌਰ ਸ਼ਹਿਰ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋ ਗਈ ਤੇ ਕਈ ਲੋਕ ਭਗਤ ਸਿੰਘ ਦੇ ਇਸ ਫੈਸਲੇ ਨੂੰ, ਕਿਉਂਕਿ ਉਹਨਾਂ ਦਾ ਸਕਾਟ ਦੀ ਹੱਤਿਆ ਕਰਨ ਦੇ ਪਲਾਨ ਬਣਾਉਣ ਵਿੱਚ ਮੁੱਖ ਕਿਰਦਾਰ ਸੀ ਤੇ ਉਸ ਕਾਰਨ ਉਹਨਾਂ ਨੂੰ ਕਈ ਵਾਰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੈ ਕਿ ਇਹ ਉਹਨਾਂ ਦਾ ਫੈਸਲਾ ਸਹੀ ਨਹੀਂ ਸੀ, ਕਿਉਂਕਿ ਇਸ ਫੈਸਲੇ ਦੇ ਕਾਰਨ ਜਦ ਗੋਲੀ ਮਾਰਨ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਤਾਂ ਅਸੀਂ ਦੇਖਦੇ ਹਾਂ ਕਿ ਲਾਹੌਰ ਦੇ ਵਿੱਚ ਪੁਲਿਸ ਨੇ ਸ਼ਰੇਆਮ ਨੌਜਵਾਨਾਂ ਨੂੰ ਚੁੱਕ ਕੇ ਥਾਣੇ ਵਿੱਚ ਲਿਜਾ ਕੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ, ਬਿਨਾਂ ਕਿਸੇ ਜੁਰਮ ਤੋਂ, ਬਿਨਾਂ ਕਿਸੇ ਵਜ੍ਹਾ ਤੋਂ। ਜਿਸ ਤੇ ਵੀ ਸ਼ੱਕ ਪੈਂਦਾ ਸੀ, ਬਿਨਾਂ ਅਰੈਸਟ ਵਾਰੰਟ ਤੋਂ ਪੁਲਿਸ ਨੌਜਵਾਨ ਨੂੰ ਚੁੱਕ ਕੇ ਥਾਣੇ ਵਿੱਚ ਲੈ ਆਉਂਦੀ ਸੀ ਤੇ 3rd ਡਿਗਰੀ ਯਾਨੀ ਕਿ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੀ ਸੀ। ਤੇ ਸਿਰਫ ਨੌਜਵਾਨਾਂ ਤੇ ਹੀ ਇਸ ਕਹਿਰ ਦੇ ਡਿੱਗਣ ਦਾ ਕਾਰਨ ਇਹ ਸੀ ਕਿ ਪੁਲਿਸ ਆਇਡੈਂਟੀਫਾਈ ਕਰ ਚੁੱਕੀ ਸੀ ਕਿ ਜਿਹੜੇ 3 ਫੇਸ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਤਿੰਨੋਂ ਫੇਸ ਨੌਜਵਾਨਾਂ ਦੇ ਆ। ਉਸ ਵਕਤ ਦੀ ਜੇ ਗੱਲ ਕਰੀਏ ਤਾਂ ਮਹਾਤਮਾ ਗਾਂਧੀ ਨੇ ਇਸ ਫੈਸਲੇ ਨੂੰ ਇੱਕ ਬਹੁਤ ਹੀ ਪਿਛਾਂਹ ਖਿੱਚੂ ਫੈਸਲਾ ਕਿਹਾ ਸੀ। ਉਹਨਾਂ ਨੇ ਇਸ ਹੱਤਿਆ ਨੂੰ ਇੱਕ ਪਿਛਾਂਹ ਖਿੱਚੂ ਫੈਸਲਾ ਕਿਹਾ ਸੀ ਕਿ ਇਸ ਤਰ੍ਹਾਂ ਤਾਂ ਆਜ਼ਾਦੀ ਲੈਣੀ ਹੋਰ ਮੁਸ਼ਕਿਲ ਹੋ ਜਾਵੇਗੀ। ਉਹਨਾਂ ਦਾ ਮੰਨਣਾ ਸੀ ਕਿ ਆਜ਼ਾਦੀ ਦਾ ਸਿਰਫ ਇੱਕੋ ਹੀ ਰਾਹ ਹੈ, ਹਿੰਸਾ ਨਾ ਕਰਨੀ, ਯਾਨੀ ਕਿ ਅਹਿੰਸਾ, ਬਿਨਾਂ ਹਥਿਆਰਾਂ ਤੋਂ ਡਿਪਲੋਮੈਸੀ ਦੇ ਨਾਲ ਅਸੀਂ ਆਪਣਾ ਰਾਜ ਪਾ ਲਵਾਂਗੇ। ਪਰ ਭਗਤ ਸਿੰਘ ਦੇ ਸਾਥੀ, ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਉਹ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ। ਉਹ ਮੰਨਦੇ ਸੀ ਕਿ ਹਥਿਆਰਾਂ ਤੋਂ ਬਗੈਰ ਅਸੀਂ ਕਦੀ ਵੀ ਆਜ਼ਾਦੀ ਨਹੀਂ ਲੈ ਸਕਦੇ। ਵਿਚਾਰਾਂ ਦਾ ਹੋਣਾ ਜ਼ਰੂਰੀ ਹੈ, ਲੇਕਿਨ ਜਿੱਥੇ ਹਥਿਆਰ ਦੀ ਲੋੜ ਪਵੇ ਹਥਿਆਰ ਦੀ ਵਰਤੋਂ ਕਰਨਾ ਜਾਇਜ਼ ਹੈ। ਸਕਾਟ ਦੀ ਹੱਤਿਆ ਕਰਨ ਦਾ ਪਲਾਨ ਬਣਾਉਣਾ ਤੇ ਉਸ ਦੀ ਐਗਜ਼ੀਕਿਊਸ਼ਨ, ਇਹ ਸਭ ਤੋਂ ਬਾਅਦ ਹੁਣ ਜਦ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਉਦੋਂ HSRA ਦੇ ਬੰਦਿਆਂ ਨੇ ਲਾਹੌਰ ਦੀਆਂ ਕੰਧਾਂ ਤੇ ਪੋਸਟਰਸ ਛਾਪ ਦਿੱਤੇ ਜਿਸ ਵਿੱਚ HSRA ਸ਼ਰੇਆਮ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਰਹੀ ਸੀ ਕਿ ਉਹਨਾਂ ਨੇ ਸਕਾਟ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਸੌਂਡਰਸ ਦੀ ਹੱਤਿਆ ਜਿਹੜੀ ਹੋਈ ਹੈ ਇਹ ਲਾਲਾ ਜੀ ਦੀ ਮੌਤ ਦਾ ਬਦਲਾ ਹੈ। ਇਸ ਦੇ ਨਾਲ ਪੁਲਿਸ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਇਸ ਵਾਸਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਯਾਨੀ ਕਿ HSRA ਜ਼ਿੰਮੇਵਾਰ ਹੈ। ਇਸ ਤੋਂ ਪੁਲਿਸ ਨੂੰ ਇੰਨਾ ਸਮਝ ਆ ਗਿਆ ਸੀ ਕਿ HSRA ਜਿਹੜੀ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਰਹੀ ਹੈ ਉਹ ਕੋਈ ਛੋਟੀ ਮੋਟੀ ਟੀਮ ਨਹੀਂ ਹੈ। ਉਸ ਤੇ ਇਨਵੈਸਟੀਗੇਸ਼ਨ ਬਿਠਾਉਣੀ ਚਾਹੀਦੀ ਹੈ, ਉਸ ਨੂੰ ਜਲਦੀ ਤੋਂ ਜਲਦੀ ਉਸ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤੇ ਉਸ ਨੂੰ ਖਤਮ ਕਰਨਾ ਚਾਹੀਦਾ ਹੈ। ਤੇ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਹੋਰ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਇਹ ਘਟਨਾ ਲਾਹੌਰ ਦੇ ਵਿੱਚ ਹੋਈ ਸੀ ਤਾਂ ਪੁਲਿਸ ਨੇ ਜਿੰਨੀ ਜਲਦੀ ਹੋ ਸਕੇ ਉਨੇ ਜਲਦੀ ਉਹਨਾਂ ਨੇ ਲਾਹੌਰ ਤੋਂ ਆਉਣ ਤੇ ਜਾਣ ਦੇ ਰਸਤਿਆਂ ਤੇ ਨਾਕੇ ਲਾ ਲਏ ਤੇ ਉਹ ਲੋਕ ਜਿਨ੍ਹਾਂ ਨੇ ਪੁਲਿਸ ਨੂੰ ਉਹਨਾਂ ਦੇ ਚਿਹਰੇ ਆਇਡੈਂਟੀਫਾਈ ਕਰਨ ਵਿੱਚ ਮਦਦ ਕੀਤੀ ਸੀ, ਜਿਹੜੇ ਵਿਟਨੈਸ ਸੀਗੇ, ਉਹਨਾਂ ਨੇ ਵੀ ਪੁਲਿਸ ਦਾ ਪੂਰਾ ਸਾਥ ਦਿੱਤਾ ਤੇ ਜਿੱਥੇ-ਜਿੱਥੇ ਨਾਕੇ ਲੱਗੇ ਸੀਗੇ ਉੱਥੇ-ਉੱਥੇ ਉਹਨਾਂ ਵਿਟਨੈਸ ਨੂੰ, ਉਹਨਾਂ ਗਵਾਹੀ ਭਰਨ ਵਾਲਿਆਂ ਨੂੰ ਭੇਜਿਆ ਗਿਆ ਤੇ ਹਰ ਨੌਜਵਾਨ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦਾ ਆਰਡਰ ਸੀ। ਸੋ ਇਹ ਸਭ ਤੋਂ ਭਗਤ ਸਿੰਘ ਵੀ ਜਾਣੂ ਸੀਗੇ ਤਾਂ ਉਹਨਾਂ ਨੇ ਕੀ ਕੀਤਾ, ਇੱਕ ਪੂਰਾ ਡਰਾਮਾ ਕਰਨ ਦਾ ਪਲਾਨ ਬਣਾਇਆ ਕਿਉਂਕਿ ਲਾਹੌਰ ਤੋਂ ਨਿਕਲਣਾ ਇੰਨਾ ਆਸਾਨ ਨਹੀਂ ਸੀ। ਤਾਂ ਉਹਨਾਂ ਨੇ ਕੀ ਕੀਤਾ ਕਿ ਭਗਤ ਸਿੰਘ ਨੇ ਇੱਕ ਬਹੁਤ ਵੱਡਾ ਫੈਸਲਾ ਲਿੱਤਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਚੰਦਰਸ਼ੇਖਰ ਆਜ਼ਾਦ ਜਿਹੜੇ ਸੀਗੇ ਉਹ ਇੱਕ ਪੰਡਿਤ ਸੀਗੇ। ਉਹਨਾਂ ਨੇ ਕੋਈ ਦਾੜੀ ਕੇਸ ਨਹੀਂ ਰੱਖੇ ਸੀ, ਸਿਰਫ ਮੁੱਛ ਰੱਖਦੇ ਸੀ। ਉਹਨਾਂ ਨੂੰ ਆਪਣਾ ਭੇਸ ਬਦਲਣਾ ਪਿਆ। ਉਸ ਦੇ ਵਾਸਤੇ ਉਹਨਾਂ ਨੇ ਭਗਵੇ ਕੱਪੜੇ ਪਾ ਕੇ ਇੱਕ ਜੋਗੀ ਵਾਂਗ ਦਾੜੀ ਮੁੱਛ ਵੱਡੀ ਸਾਰੀ ਲਗਾ ਕੇ ਤੇ ਭਗਵੇ ਰੰਗ ਦੀ ਪੱਗ ਬੰਨ੍ਹ ਕੇ, ਭਗਵੇ ਰੰਗ ਦੇ ਕੱਪੜੇ ਬੰਨ੍ਹ ਕੇ ਉੱਥੋਂ ਇੱਕ ਸਾਧੂ ਵਾਂਗ ਉਹ ਫਟਾਫਟ
ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਲਾਹੌਰ ਤੋਂ ਕਲਕੱਤਾ ਨਿਕਲ ਗਏ ਤੇ ਭਗਤ ਸਿੰਘ ਨੇ ਉਸ ਵਕਤ ਇੱਕ ਬਹੁਤ ਵੱਡਾ ਫੈਸਲਾ ਲਿਆ। ਭਗਤ ਸਿੰਘ ਇੱਕ ਸਰਦਾਰ ਸੀਗੇ, ਦਸਤਾਰ ਬੰਨ੍ਹਦੇ ਸੀ ਤੇ ਦਾੜੀ ਵੀ ਰੱਖਦੇ ਸੀ, ਕੇਸ ਵੀ ਰੱਖੇ ਹੋਏ ਸੀ, ਲੇਕਿਨ ਉਹ ਜਾਣਦੇ ਸੀ ਕਿ ਪੁਲਿਸ ਆਇਡੈਂਟੀਫਾਈ ਕਰ ਚੁੱਕੀ ਹੈ ਕਿ 3 ਨੌਜਵਾਨਾਂ ਵਿੱਚੋਂ ਇੱਕ ਸਿੱਖ ਨੌਜਵਾਨ ਹੈ ਤੇ ਉਸ ਵਕਤ ਉਹਨਾਂ ਵਾਸਤੇ ਉਹਨਾਂ ਦੇ ਮਿਸ਼ਨ ਤੋਂ ਵੱਡਾ ਕੁਝ ਨਹੀਂ ਸੀ। ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਬਚ ਕੇ ਨਿਕਲਣ ਵਾਸਤੇ ਆਪਣੇ ਕੇਸ ਤੇ ਆਪਣੀ ਦਾੜੀ ਕਟਾ ਦਿੱਤੀ ਤੇ ਜਦ ਉਹ ਸਟੇਸ਼ਨ ਤੇ ਪਹੁੰਚੇ ਤਾਂ ਇੱਕ ਹੈਟ ਪਾ ਕੇ, ਇੱਕ ਵੈਸਟਰਨ ਅਟਾਇਰ ਵਿੱਚ ਪ੍ਰੋਪਰ ਸੂਟ ਬੂਟ ਪਾ ਕੇ ਉੱਥੇ ਪਹੁੰਚੇ ਤੇ ਸ਼ਿਵਰਾਮ ਰਾਜਗੁਰੂ ਜਿਹੜੇ ਕਿ ਉਹਨਾਂ ਦੇ ਸਾਥੀ ਸੀ, ਉਹਨਾਂ ਨੂੰ ਇੱਕ ਨੌਕਰ ਦੇ ਕੱਪੜੇ ਪਵਾ ਕੇ ਉਹ ਉੱਥੋਂ ਆਸਾਨੀ ਨਾਲ ਨਿਕਲ ਗਏ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਅੰਗਰੇਜ਼ ਆਇਆ ਹੈ ਤੇ ਉਸਨੇ ਇੱਕ ਭਾਰਤੀ ਬੰਦੇ ਨੂੰ ਨੌਕਰ ਰੱਖਿਆ ਹੋਇਆ ਹੈ। ਪੁਲਿਸ ਨੂੰ ਭੁਲੇਖਾ ਪੈ ਗਿਆ ਕਿ ਇਹ ਇੱਕ ਬਹੁਤ ਜੈਂਟਲਮੈਨ ਹੈ ਤੇ ਉਹਨਾਂ ਨੇ ਆਰਾਮ ਨਾਲ ਭਗਤ ਸਿੰਘ ਤੇ ਸ਼ਿਵਰਾਮ ਰਾਜਗੁਰੂ ਜਿਹੜੇ ਕਿ ਉਹਨਾਂ ਦੇ ਨੌਕਰ ਦਾ ਕਿਰਦਾਰ ਨਿਭਾ ਰਹੇ ਸੀ, ਉਹਨਾਂ ਨੇ ਆਰਾਮ ਨਾਲ ਬਿਨਾਂ ਸ਼ੱਕ ਕੀਤਿਆਂ ਉਹਨਾਂ ਨੂੰ ਲਾਹੌਰ ਤੋਂ ਕਲਕੱਤੇ ਜਾਣ ਵਾਲੀ ਟ੍ਰੇਨ ਵਿੱਚ ਬਿਠਾ ਦਿੱਤਾ, ਜਿਸ ਕਰਕੇ ਪੁਲਿਸ ਤੋਂ ਇਹ ਤਿੰਨੋਂ ਨੌਜਵਾਨ ਆਸਾਨੀ ਨਾਲ ਬਚ ਕੇ ਨਿਕਲ ਗਏ। ਇੱਥੇ ਇੱਕ ਗੱਲ ਦੀ ਕਲੈਰੀਫਿਕੇਸ਼ਨ ਦੇਣੀ ਬਹੁਤ ਜ਼ਰੂਰੀ ਹੈ ਕਿ ਕਈ ਲੋਕ ਸਮਝਦੇ ਨੇ ਕਿ ਭਗਤ ਸਿੰਘ ਭਗਵਤ ਗੀਤਾ ਜੀ ਦੇ ਕਿਸੇ ਸ਼ਲੋਕ ਨੂੰ ਇੱਕ ਕਾਗਜ਼ ਤੇ ਲਿਖ ਕੇ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਹੁੰਦੇ ਸੀ। ਕਈ ਲੋਕ ਇੰਜ ਵੀ ਸਮਝਦੇ ਆ ਕਿ ਭਗਤ ਸਿੰਘ ਇੱਕ ਬਹੁਤ ਵੱਡੇ ਸਿੱਖਾਂ ਦੇ ਲੀਡਰ ਰਹੇ ਨੇ, ਯਾਨੀ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਦੇ ਰਹੇ ਨੇ ਜਾਂ ਫਿਰ ਸਿੱਖ ਵਿਚਾਰਧਾਰਾ ਨੂੰ ਸਮਰਪਿਤ ਰਹੇ ਨੇ। ਕਈ ਲੋਕ ਇੰਜ ਸਮਝਦੇ ਨੇ ਤੇ ਕਈ ਲੋਕ ਇਹ ਵੀ ਸਮਝਦੇ ਨੇ ਕਿ ਭਗਤ ਸਿੰਘ ਇੱਕ ਪੱਕੇ ਕੌਮਰੇਡ ਸੀਗੇ ਤੇ ਨਾਸਤਿਕ ਸੀਗੇ, ਰੱਬ ਵਿੱਚ ਵਿਸ਼ਵਾਸ ਉਹ ਨਹੀਂ ਰੱਖਦੇ ਸੀ। ਹੁਣ ਕਈ ਲੋਕਾਂ ਦੀ ਕਈ ਤਰ੍ਹਾਂ ਦੀ ਪਰਸੈਪਸ਼ਨਸ ਹੁੰਦੀਆਂ ਨੇ, ਜੋ ਕਿ ਹਰ ਬੰਦੇ ਕੋਲ ਇਹ ਹੱਕ ਹੈ ਕਿ ਜਿਹੜੀ ਵੀ ਚੀਜ਼ ਉਸ ਨੂੰ ਸੈਂਸਿਬਲ ਲੱਗਦੀ ਹੈ ਉਹ ਉਸ ਚੀਜ਼ ਵਿੱਚ ਯਕੀਨ ਕਰ ਸਕਦਾ ਹੈ, ਮੰਨ ਸਕਦਾ ਹੈ, ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰ ਸਕਦਾ ਹੈ। ਪਰ ਜਦੋਂ ਅਸੀਂ ਭਗਤ ਸਿੰਘ ਦੀ ਲਿਖੀ ਹੋਈ ਕਿਤਾਬ ਮੈਂ ਨਾਸਤਿਕ ਕਿਉਂ ਹਾਂ, ਜਦ ਇਹ ਕਿਤਾਬ ਉਹਨਾਂ ਦੀ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਉਹ ਕਈ ਸਵਾਲ ਪ੍ਰਗਟ ਕਰਦੇ ਨੇ ਜਿਹੜੇ ਕਿ ਰੱਬ ਦੀ ਹੋਂਦ ਨੂੰ ਚੈਲੰਜ ਕਰਦੇ ਨੇ। ਭਗਤ ਸਿੰਘ ਨੇ ਆਪਣੀ ਇਸ ਕਿਤਾਬ ਵਿੱਚ ਮੈਂ ਨਾਸਤਿਕ ਕਿਉਂ ਹਾਂ, ਆਪਣੀ ਇਸ ਕਿਤਾਬ ਵਿੱਚ ਉਹਨਾਂ ਨੇ ਆਪਣੇ ਵਿਚਾਰ ਦੱਸੇ ਆ, ਜਿਸ ਵਿੱਚ ਇਹ ਸਮਝ ਆਉਂਦਾ ਹੈ ਕਿ ਉਹ ਰੱਬ ਦੀ ਹੋਂਦ ਤੋਂ ਇਨਕਾਰ ਕਰਦੇ ਸੀ। ਇਸ ਕਿਤਾਬ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਮੇਰੇ ਸਵਾਲਾਂ ਦਾ ਜਵਾਬ ਦੇ ਦੇਵੇ ਤਾਂ ਮੈਂ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਵਾਂਗਾ, ਲੇਕਿਨ ਜਿੰਨੇ ਵਕਤ ਤੱਕ ਉਹ ਜਿਉਂਦੇ ਸੀ ਸਾਡਾ ਮੰਨਣਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਮਿਲਿਆ। ਜੇ ਇਤਿਹਾਸਿਕ ਤੱਥਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਭਗਤ ਸਿੰਘ ਨੇ ਕਦੀ ਵੀ ਕਿਸੇ ਧਾਰਮਿਕ ਵਿਚਾਰਧਾਰਾ ਦੀ, ਕਿਸੇ ਧਾਰਮਿਕ ਗ੍ਰੰਥ ਦੀ ਜਾਂ ਫਿਰ ਕਿਸੇ ਧਰਮ ਦੀ ਹਮਾਇਤ ਨਹੀਂ ਕੀਤੀ। ਹਾਂ, ਕਈ ਵਾਰ ਅਸੀਂ ਇਹ ਜ਼ਰੂਰ ਦੇਖ ਸਕਦੇ ਹਾਂ ਕਿ ਉਹਨਾਂ ਨੇ ਕੁਝ ਚੰਗੀਆਂ ਗੱਲਾਂ ਜਿਹੜੀਆਂ ਧਰਮ ਵਿੱਚ ਉਹਨਾਂ ਨੂੰ ਲੱਗਦੀਆਂ ਸੀ ਉਸ ਬਾਰੇ ਜ਼ਿਕਰ ਕੀਤਾ ਹੈ, ਉਸ ਦੀ ਤਾਰੀਫ ਵੀ ਕੀਤੀ ਹੈ, ਲੇਕਿਨ ਉੱਥੇ ਹੀ ਉਹਨਾਂ ਨੇ ਧਾਰਮਿਕ ਢਾਂਚੇ ਤੇ ਸਵਾਲ ਖੜੇ ਕੀਤੇ ਆ ਤੇ ਰੱਬ ਦੀ ਹੋਂਦ ਤੇ ਵੀ ਕਈ ਸਵਾਲ ਖੜੇ ਕੀਤੇ ਆ। ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਉਹਨਾਂ ਨੇ ਕੁਝ ਸਵਾਲ ਆਪਣੀ ਕਿਤਾਬ ਵਿੱਚ ਲਿਖੇ ਨੇ ਤੇ ਉਹ ਕਹਿੰਦੇ ਨੇ ਕਿ ਜੇ ਕੋਈ ਇਹਨਾਂ ਸਵਾਲਾਂ ਦਾ ਜਵਾਬ ਦੇ ਦੇਵੇ ਤਾਂ ਮੈਂ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਵਾਂਗਾ। ਜੇ ਤੁਸੀਂ ਭਗਤ ਸਿੰਘ ਜੀ ਦੀ ਕਿਤਾਬ ਮੈਂ ਨਾਸਤਿਕ ਕਿਉਂ ਹਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰੋ। ਅਸੀਂ ਭਗਤ ਸਿੰਘ ਜੀ ਦੀ ਇਸ ਕਿਤਾਬ ਤੇ ਉਹਨਾਂ ਦੀ ਇਸ ਲਿਖਤ ਤੇ ਇੱਕ ਵੱਖਰੀ ਵੀਡੀਓ ਡਿਟੇਲ ਵਿੱਚ ਬਣਾ ਦੇਵਾਂਗੇ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਇਹ ਸੀਗਾ ਪਾਰਟ 1 ਤੇ ਇਸ ਤੋਂ ਅਗਲੀ ਵੀਡੀਓ ਹੋਣ ਜਾ ਰਹੀ ਆ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਉੱਤੇ ਪਾਰਟ 2, ਜਿਸ ਵਿੱਚ ਅਸੀਂ ਡਿਸਕਸ ਕਰਾਂਗੇ ਅਸੈਂਬਲੀ ਬੰਬ ਇਨਸੀਡੈਂਟ, ਭਗਤ ਸਿੰਘ ਜੀ ਦੀ ਅਰੈਸਟ ਤੇ ਹੰਗਰ ਸਟ੍ਰਾਈਕ ਤੋਂ ਲੈ ਕੇ 23 ਮਾਰਚ 1931 ਜਿਹੜਾ ਕਿ ਉਹਨਾਂ ਦਾ ਸ਼ਹੀਦੀ ਦਾ ਦਿਨ ਹੈ, ਉਸ ਤੱਕ ਜਿੰਨੇ ਵੀ ਉਹਨਾਂ ਨਾਲ ਸੰਬੰਧਿਤ ਇਨਸੀਡੈਂਟਸ ਹੋਏ ਸੀ ਅਸੀਂ ਉਹਨਾਂ ਬਾਰੇ ਚਰਚਾ ਕਰਾਂਗੇ। ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਫਿਊਚਰ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।